ਕਰਤਾਰ ਸਿੰਘ ਦੁੱਗਲ ਦੀ ਕਹਾਣੀ ਹੈ ਸ਼ਬਨਮ। ਕਣਕ ਵੰਨਾ ਰੰਗ, ਖਿੜਿਆ ਮੱਥਾ, ਹਸੂ ਹਸੂ ਕਰ ਰਹੀਆਂ ਅੱਖੀਆਂ, ਮਦ ਭਰੇ ਹੋਠ, ਗੱਲਾਂ ਦੇ ਇੱਕ ਪਾਸੇ ਤਿਲ, ਮਲੂਕੜੀ ਜਿਹੀ। ਇਹ ਕੁੜੀ ਉਹਨੂੰ ਚੰਗੀ ਲੱਗਣ ਲੱਗ ਪਈ ਸੀ, ਡਾਢੀ ਚੰਗੀ। ਅੱਠੇ ਪੈਰ ਇੱਕ ਨਸ਼ਾ ਉਹਨੂੰ ਚੜ੍ਹਿਆ ਰਹਿੰਦਾ। ਅੱਜ ਉਸ ਇਹਦੇ ਵੱਲ ਵੇਖਿਆ ਸੀ। ਘਰ ਮੁੜਿਆ ਤੇ ਉਹਨੂੰ ਲੱਗਦਾ ਜਿਵੇਂ ਕੋਈ ਅੱਧ ਖੁੱਲ੍ਹੇ ਅੱਧ ਮੁੰਦੇ ਨੈਣ ਉਸ ਵੱਲ ਵੇਖੀ ਜਾ ਰਹੇ ਹੋਣ। ਵਿਹੜੇ ਵਿੱਚ, ਵਰਾਂਡੇ ਵਿੱਚ, ਅੰਦਰ ਸੋਫੇ ਵਿੱਚ, ਕੋਠੜੀ ਦੇ ਹਨੇਰੇ ਵਿੱਚ, ਤੇ ਉਹਨੂੰ ਆਪਣਾ ਆਪ ਚੰਗਾ ਚੰਗਾ ਲੱਗਣ ਲੱਗ ਪਿਆ। ਉਹਨੂੰ ਆਪਣਾ ਲਾਂਭ ਚਾਂਭ ਚੰਗਾ ਚੰਗਾ ਲੱਗਣ ਲੱਗ ਪਿਆ। ਉਹਨਾਂ ਦੀ ਗੁਆਂਢਣ ਲਾਜੋ ਆਪਣੇ ਪੁੱਤਰ ਨੂੰ ਹਾਕਾ ਮਾਰ ਰਹੀ ਸੀ। ਭੈੜੀ ਫਟੀ ਹੋਈ ਆਵਾਜ਼। ਉਸ ਕਿਹਾ, ਤਾਈ ਮੈਂ ਕਿਸ਼ੂ ਨੂੰ ਟੋਲ ਲਿਆਂਦਾ ਤੇ ਪਤਾ ਨਹੀਂ ਕਿੱਥੋਂ ਜਾ ਕੇ ਉਹਨੂੰ ਲੱਭ ਲਿਆਇਆ। ਬੁੱਢੀ ਗੁਆਂਢਣ ਕਿੰਨਾ ਚਿਰ ਉਹਨੂੰ ਅਸੀਸਾਂ ਦਿੰਦੀ ਰਹੀ। ਕਈ ਦਿਨ ਹੋਏ ਉਹਦਾ ਫੋਲਣਾ ਜੰਡ ਉੱਤੇ ਟੰਗ ਗਿਆ ਸੀ। ਉਹਦੀ ਮਾਂ ਨੂੰ ਫੋਲਣੇ ਤੋਂ ਬਿਨਾਂ ਬੜਾ ਵਗੋਚਾ ਰਹਿੰਦਾ। ਅੱਜ ਉਹ ਆਪ ਜੰਡ 'ਤੇ ਚੜ੍ਹ ਗਿਆ ਤੇ ਉਹਦਾ ਫੋਲਣਾ ਆਪਣੀ ਮਾਂ ਦੇ ਹੱਥ ਆਣ ਫੜਾਇਆ। ਉਹ ਤੰਦੂਰ 'ਚ ਝੁਲਕਾ ਪਾ ਰਹੀ ਸੀ। ਉਹਦੀ ਮਾਂ ਨੇ ਉਸ ਵੱਲ ਵੇਖਿਆ ਜਿਵੇਂ ਉਹਨਾਂ ਦੀ ਲਾਖੀ ਗਾਂ ਵੇਖਿਆ ਕਰਦੀ। ਉਹਦਾ ਵੱਛਾ ਦੁੱਧ ਲਿਆ ਰਿਹਾ ਜਦੋਂ ਉਹਦੇ ਥਣਾਂ ਦੇ ਅੱਗੇ ਪਿੱਛੇ ਧੁੱਸਾ ਮਾਰਨ ਲੱਗ ਪੈਂਦਾ। ਉਹਦੀ ਭੈਣ ਆਪਣੀ ਸਹੇਲੀ ਨੂੰ ਚਿੱਠੀ ਲਿਖ ਰਹੀ ਸੀ। ਉਹਦੇ ਕੋਲੋਂ ਕਾਗਜ਼ ਕਲਮ ਖੋਹ ਕੇ ਉਸ ਲਿਖਣਾ ਸ਼ੁਰੂ ਕੀਤਾ। ਮੇਰੀ ਪਰਮ ਪਿਆਰੀ, ਇੱਕ ਪਲ ਨਾ ਵਿਸਾਰੀ, ਮੈਨੂੰ ਛਿਨ ਛਿਨ ਯਾਦ ਆਉਣ ਵਾਲੀ। ਤੋਬਾ ਤੋਬਾ, ਚਿੱਠੀ ਆਪਣੀ ਭੈਣ ਦੀ ਸਹੇਲੀ ਨੂੰ ਲਿਖ ਰਿਹਾ ਸੀ ਤੇ ਨਾਂ ਉਸ ਦਾ ਲਿਖ ਦਿੱਤਾ ਸੀ। ਉਹਦੀ ਭੈਣ ਨੂੰ ਉਹਦੀ ਇਹ ਹਰਕਤ ਸਮਝ ਨਹੀਂ ਆਈ। ਮੁੜ ਮੁੜ ਕਹਿੰਦੀ, ਸ਼ਬਨਮ ਨਹੀਂ, ਮੇਰੀ ਸਹੇਲੀ ਦਾ ਨਾਂ ਸ਼ੀਲਾ ਹੈ, ਸ਼ੀਲਾ ਕੁਮਾਰੀ। ਤੇ ਸ਼ਾਮੀ ਜਦੋਂ ਉਹਨਾਂ ਦਾ ਦਾਦਾ ਵਾਂਢਿਓ ਮੁੜਿਆ, ਉਹਨੂੰ ਸ਼ਿਕਾਇਤ ਕਰਨ ਲੱਗੀ, ਵੀਰੇ ਮੇਰੀ ਸਹੇਲੀ ਦੀ ਚਿੱਠੀ ਕਿਸੇ ਹੋਰ ਦੇ ਨਾਂ ਲਿਖ ਛੱਡੀ ਏ। ਉਹਨਾਂ ਦੇ ਦਾਦੇ ਨੂੰ ਸਮਝ ਨਾ ਪਈ। ਕੁੜੀ ਕੀ ਝੱਲੀਅਤ ਪਿੱਟ ਰਹੀ ਸੀ ਤੇ ਫਿਰ ਉਸ ਆਪਣੇ ਵਿਹੜੇ 'ਚ ਇਸ਼ਕ ਪੇਚੇ ਦੀ ਵੇਲ ਆਣ ਲਾਈ। ਲੈ ਮੇਰੇ ਲਈ ਹੋਰ ਕੰਮ ਲਿਆ ਧਰਿਆ ਸੂ, ਉਹਦੀ ਮਾਂ ਆਪਣੇ ਹੋਠਾਂ 'ਚ ਬੁੜਬੁੜਾਉਣ ਲੱਗੀ। ਪਰ ਉਹਨੂੰ ਮਿਹਨਤ ਨਾਲ, ਮੁਸ਼ੱਕਤ ਨਾਲ ਮਿੱਟੀ ਪੋਲੀ ਕਰ ਰਿਹਾ ਵੇਖ ਉਹ ਮੁਸਕਰਾਉਣ ਲੱਗ ਪਈ। ਕਟੋਰਾ ਭਰ ਕੇ ਪਾਣੀ ਦਾ ਲੈਂਦਾ, 2 ਘੁੱਟ ਪੀ ਬਾਕੀ ਪਾਣੀ ਵੇਲ ਉੱਤੇ ਜਾ ਵੀਟਦਾ। ਦਿਨ 'ਚ ਕਈ ਵਾਰ ਇੰਜ ਕਰਦਾ। ਕਈ ਮਹੀਨੇ ਬੀਤ ਗਏ ਇਸ਼ਕ ਪੇਚੇ ਦੀ ਵੇਲ ਨੂੰ ਉਸ ਪਾਲਦੇ। ਅੱਜ ਉਹ ਇਹਦੇ ਕੋਲ ਆ ਬੈਠੀ ਸੀ ਜਿਵੇਂ ਚੰਨ ਧਰਤੀ 'ਤੇ ਲੱਥ ਆਇਆ ਹੋਵੇ। ਉਹਨੂੰ ਇੱਕ ਸੁਗੰਧ ਜਿਹੀ ਆਉਣ ਲੱਗ ਪਈ। ਇਹ ਸੁਗੰਧ ਉਹਦੇ ਅੰਗ ਅੰਗ 'ਚ ਰਚਦੀ ਜਾ ਰਹੀ ਸੀ। ਪੌੜੀਆਂ ਲੱਥ ਰਿਹਾ, ਉਹ ਪੈਰ ਕਿਤੇ ਤੇ ਰੱਖਦਾ ਤੇ ਉਹਦਾ ਪੈਰ ਕਿਤੇ ਪੈਂਦਾ। ਬਾਹਰ ਸੜਕ 'ਤੇ ਉਹ ਬੱਸ ਦੀ ਉਡੀਕ ਨਹੀਂ ਕੀਤੀ। ਇੱਕ ਨਸ਼ੇ 'ਚ ਮਖਮੂਰ ਆਪ ਮੁਹਾਰਾ ਉਹ ਕੋਹਾਂ ਪੈਂਡਾ ਤੁਰ ਆਇਆ। ਇਸ਼ਕ ਪੇਚੇ ਦੇ ਫੁੱਲ ਹੁੰਦੇ ਨੇ, ਖੁਸ਼ਬੂ ਨਹੀਂ ਹੁੰਦੀ। ਉਹਦੀ ਮਾਂ ਉਹਨੂੰ ਵੇਲ ਕੋਲ ਖਲੋਤਾ ਵੇਖ ਰਹੀ ਸੀ, ਪਰ ਉਹਨੂੰ ਤੇ ਖੁਸ਼ਬੂ ਆ ਰਹੀ ਸੀ, ਪੱਤੀਆਂ ਵਿੱਚੋਂ, ਟਹਿਣੀਆਂ ਵਿੱਚੋਂ, ਵਿਹੜੇ ਵਿੱਚੋਂ, ਆਪਣੇ ਆਪ ਵਿੱਚੋਂ। ਉਸ ਰਾਤ ਸੋਤਾ ਲੱਗ ਗਿਆ ਤੇ ਉਹਨੂੰ ਨੀਂਦਰ ਨਾ ਪਏ। ਉਹਨੂੰ ਲੱਗਦਾ ਜਿਵੇਂ ਕੋਈ ਨਗਮਾ ਉਹਦੇ ਹੋਠਾਂ 'ਤੇ ਥਿਰਕ ਰਿਹਾ ਹੋਵੇ। ਇਹ ਤੇ ਗੀਤ ਸੀ, ਗੀਤ ਜਨਮ ਲੈ ਰਿਹਾ ਸੀ। ਲਾਲ ਨੀਲੇ, ਉੱਦੇ ਪੀਲੇ, ਕੇਸਰੀ ਰੰਗ, ਕੰਬ ਰਹੀਆਂ ਤਾਰਾਂ ਦੀ ਚਨਕਾਰ, ਬੰਸਰੀ ਦੀ ਤਾਨ, ਢੋਲਕ ਦੀ ਲੈ, ਰਿਮਚਿਮ ਪੈ ਰਹੀ ਫੁਹਾਰ, ਨਦੀ ਦੇ ਕੰਢੇ ਦੀ ਕੂਲੀ ਘਾਹ, ਮਹਿਕਦੇ ਫੁੱਲ, ਠੰਡਾ ਠਾਰ ਪਾਣੀ, ਨਟਖਟ ਮੱਛੀਆਂ, ਤਾਵਲੀ ਸ਼ਾਮ, ਨੱਚ ਰਹੀਆਂ ਤਿਤਲੀਆਂ, ਰੰਗ ਬਰੰਗੀਆਂ ਤਰੱਚਿਆਂ ਦੇ ਪਰੱਚੇ, ਬਗੀਚੇ ਦੇ ਹੁਸਨ ਨੂੰ ਲੁੱਟ ਰਹੀਆਂ। ਘੁੱਟ ਘੁੱਟ ਕਿਸੇ ਨੂੰ ਪੀਣਾ, ਚੁੰਮ ਚੁੰਮ ਕਿਸੇ ਨੂੰ ਥਕਾ ਦੇਣਾ। ਰਾਤ ਦੇ ਹਨੇਰੇ 'ਚ ਰੁੱਖਾਂ ਦੇ ਪਰਛਾਵਿਆਂ ਥੱਲੇ ਸੁੱਤੀ ਘਾਹ ਉੱਤੇ ਅੱਖਾਂ ਮੁੰਦੀ ਗੜੂੰਦ ਪਏ ਰਹਿਣਾ। ਝਿਲਮਿਲ ਤਾਰਿਆਂ ਨੂੰ ਸਾਰੀ ਰਾਤ ਤੋੜਨਾ ਤੇ ਫਿਰ ਉਹਨਾਂ ਦੀ ਝੋਲੀ ਭਰ ਕਿਸੇ ਦੇ ਕਦਮਾਂ 'ਚ ਆ ਕੇ ਖਲੇਰ ਦੇਣਾ। ਗੁਲੇਲ ਨਾਲ ਕਿਸੇ ਦਾ ਘੜਾ ਫੋੜਨਾ ਤੇ ਫਿਰ ਕਿਸੇ ਲਈ ਖੂਹਾ ਖੁੱਟਵਾਉਣਾ। ਬਾਜਰੇ ਦੇ ਸੱਜਰੇ ਫੁੱਟੇ ਸਿੱਟਿਆਂ ਦਾ ਝੁੱਲ ਕੇ ਕਿਸੇ ਨੂੰ ਪੁਕਾਰਨਾ। ਚਰੀ ਦੇ ਟਾਂਡਿਆਂ ਦਾ ਕਿਸੇ ਨੂੰ ਸੱਦਣਾ। ਕੜਬਦੀਆਂ ਕੱਚੀਆਂ ਕਾਚਾਂ ਦੇ ਦੁੱਧ ਦੀ ਤਲਾਸ਼ 'ਚ ਕਿਸੇ ਦੀ ਛਾਤੀ ਦਾ ਧੜਕਣਾ। ਸਿਰ ਉੱਚੀਆਂ ਫਸਲਾਂ 'ਚ ਤਿੱਤਰ ਖੰਭੀ ਚੁੰਨੀ ਦਾ ਗੁੰਮ ਜਾਣਾ। ਸਾਹਮਣੇ ਢੋਕ ਵਿੱਚ ਕਿਸੇ ਦਾ ਮਾਹੀਆ ਗਾਣਾ, ਜਿਵੇਂ ਕੋਈ ਕਿਸੇ ਨੂੰ ਹਾਕਾ ਮਾਰ ਰਿਹਾ ਹੋਵੇ, ਜਿਵੇਂ ਕੋਈ ਕਿਸੇ ਦੀ ਮੁਹਾਟ 'ਤੇ ਖਲੋਤਾ ਡਿਊਟੀ ਦਾ ਦਰਵਾਜ਼ਾ ਖਟਖਟਾ ਰਿਹਾ ਹੋਵੇ, ਜਿਵੇਂ ਕੋਈ ਕਿਸੇ ਦੇ ਕੰਨਾਂ 'ਚ ਪੋਲੇ ਗੋਸ਼ੇ ਕਰ ਰਿਹਾ ਹੋਵੇ। ਬਨੇਰੇ ਦੀ ਕੋਸੀ ਧੁੱਪ 'ਚ ਕੱਲੀ ਘੁੱਗੀ ਦਾ ਚੁੱਪ ਕਿਸੇ ਨੂੰ ਉਡੀਕਣਾ। ਅੰਬੀ 'ਚ ਛੁਪੀ ਕੋਇਲ ਦਾ ਕੁਰਲਾ ਕੇ ਕਿਸੇ ਨੂੰ ਯਾਦ ਕਰਨਾ। ਸਾਰੀ ਦੁਪਹਿਰ ਗੁਟਾਰ ਦਾ ਆਲ੍ਹਣੇ ਲਈ ਕੱਖ ਢੋਂਦੇ ਰਹਿਣਾ। ਰਾਤ ਤੱਕ ਖਿੜੇ ਇਸ਼ਕ ਪੇਚੇ ਦੇ ਫੁੱਲਾਂ ਦਾ ਰਾਤ ਦੇ ਹਨੇਰੇ 'ਚ ਟੁੱਟ ਕੇ ਮਿੱਟੀ 'ਚ ਰੁਲ ਜਾਣਾ। ਅੱਜ ਉਹ ਇਹਦੇ ਵੱਲ ਵੇਖ ਕੇ ਮੁਸਕਰਾਈ ਸੀ
ਜਿਵੇਂ 14ਵੀਂ ਦਾ ਚਾਨਣ ਅਚਾਨਕ ਕਿਸੇ ਹਨੇਰੀ ਕੋਠੜੀ 'ਚ ਲੱਥ ਆਏ। ਉਹਨੂੰ ਲੱਗਾ ਜਿਵੇਂ ਤੜ ਤੜ ਉਹਦੇ ਬੰਧਨ ਝਟਕ ਗਏ ਹੋਣ, ਜਿਵੇਂ ਨੰਗ ਮਨੰਗਾ ਸਮੁੰਦਰ ਦੇ ਕੰਢੇ ਲਹਿਰਾਂ ਦੀ ਝੱਗ 'ਚੋਂ ਖੇਡ ਰਿਹਾ ਹੋਵੇ। ਉਸ ਇੱਕ ਗੀਤ ਲਿਖਿਆ, ਅੱਜ ਇੱਧਰ ਪਲਕਾਂ ਭਿੱਜੀਆਂ, ਅੱਜ ਉੱਧਰ ਪਲਕਾਂ ਗਿੱਲੀਆਂ, ਅੱਜ ਮੁੜ ਮੁੜ ਅੱਖੀਆਂ ਆਖਣ ਅਸੀਂ ਯਾਦ ਕਿਸੇ ਨੂੰ ਆਏ। ਤੇ ਇਸ ਤਰ੍ਹਾਂ ਦੇ ਅਣਗਿਣਤ ਗੀਤ। ਫਿਰ ਉਸ ਇੱਕ ਕਹਾਣੀ ਲਿਖੀ। ਇੱਕ ਕੁੜੀ ਸੀ, ਪਿਆਰ ਕਿਸੇ ਨੂੰ ਕਰਦੀ ਸੀ, ਉਹਦਾ ਵਿਆਹ ਕਿਸੇ ਨਾਲ ਹੋ ਗਿਆ। ਹਿੰਦੂ ਪਤੀਵਰਤਾ ਉਸ ਕੁੜੀ ਨੇ ਆਪਣੇ ਮਨ ਨੂੰ ਮਾਰ ਲਿਆ, ਆਪਣੇ ਚਾਹੁਣ ਵਾਲੇ ਦੀ ਯਾਦ ਸਮੂਲੀ ਵਿਸਾਰ ਛੱਡੀ। ਤੇ ਫਿਰ ਇੱਕ ਦਿਨ ਉਹਦੇ ਪੈਰਾਂ ਤਲਿਓਂ ਜ਼ਮੀਨ ਨਿਕਲ ਗਈ। ਉਹਦੇ ਮਰਦ ਨੇ ਉਹ ਤੋਂ ਪੁੱਛਿਆ, ਇਹ ਕਮਲ ਕੌਣ ਏ? ਮੇਰੀਆਂ ਬਾਹਾਂ 'ਚ ਮਦਹੋਸ਼ ਅਕਸਰ ਤੂੰ ਮੈਨੂੰ ਇਸ ਨਾਂ ਨਾਲ ਪੁਕਾਰਦੀ ਏ, ਤੇ ਜਦੋਂ ਮੇਰੇ ਹੋਠਾਂ ਨੂੰ ਆਪਣੇ ਹੋਠਾਂ ਨਾਲ ਜੋੜ ਕੇ ਤੇਰੀ ਜੀਭ ਮੇਰੀ ਜੀਭ 'ਤੇ ਤਰ ਰਹੀ ਹੁੰਦੀ ਹੈ, ਖੇਡਦੀ ਰਹਿੰਦੀ ਜਿਨ੍ਹਾਂ ਉਂਗਲੀਆਂ ਨਾਲ ਉਹ ਸਭ ਕੁਝ ਲਿਖਦਾ ਸੀ। ਉਹ ਸੋਚਦਾ ਉਹਨੂੰ ਉਹਦੀਆਂ ਉਂਗਲੀਆਂ ਨਾਲ ਇੰਜ ਖੇਡਦਾ, ਜੇ ਕੋਈ ਵੇਖ ਲਵੇ ਤਾਂ ਕੀ ਹੋਏਗਾ, ਬੜਾ ਅਨਰਥ ਹੋਏਗਾ। ਤੇ ਫਿਰ ਉਹੀ ਗੱਲ ਹੋਈ। ਬਹੁਤ ਦਿਨ ਨਹੀਂ ਗੁਜ਼ਰੇ ਸਨ ਕਿ ਕਿਸੇ ਨੇ ਅਚਾਨਕ ਉੱਤੋਂ ਆ ਕੇ ਉਹਨਾਂ ਨੂੰ ਵਲੂੰਦਰ ਕੇ ਪਰਾਂ ਸੁੱਟ ਪਾਇਆ। ਹੁਣ ਉਹ ਇੱਕ ਦੂਜੇ ਨੂੰ ਮਿਲ ਨਹੀਂ ਸਕਦੇ ਸਨ, ਇੱਕ ਦੂਜੇ ਬਾਰੇ ਸੋਚ ਵੀ ਨਹੀਂ ਸਕਦੇ ਸਨ। ਕਹਾਣੀ ਖਤਮ ਹੋ ਗਈ। ਕਈ ਵਰ੍ਹੇ ਬੀਤ ਗਏ। ਉਹ ਸੋਚਿਆ ਸੀ ਅੱਗ ਸਗਵੀਂ ਬੁਝ ਗਈ ਹੈ, ਪਰ ਨਹੀਂ, ਇੱਕ ਚਿੜੰਗ ਕਿਤੇ ਬਾਕੀ ਸੀ। ਜਦੋਂ ਵੀ ਉਹ ਉਸ ਸੜਕ ਤੋਂ ਗੁਜ਼ਰਦਾ, ਉਹਦੇ ਪੈਰ ਜਿਵੇਂ ਬੱਝ ਜਾ ਰਹੇ ਹੋਣ। ਉਹਦਾ ਜੀਅ ਕਰਦਾ ਇੱਕ ਨਜ਼ਰ ਉਹਨੂੰ ਵੇਖ ਲਵੇ। ਕਣਕ ਵੰਨਾ ਰੰਗ, ਖਿੜਿਆ ਮੱਥਾ, ਹਸੂ ਹਸੂ ਕਰ ਰਹੀਆਂ ਅੱਖੀਆਂ, ਮਦ ਭਰੇ ਹੋਠ, ਗੱਲਾਂ ਦੇ ਇੱਕ ਪਾਸੇ ਤਿਲ, ਮਲੂਕੜੀ ਜਿਹੀ। ਤੇ ਫਿਰ ਇੱਕ ਦਿਨ ਉਹਨੂੰ ਮਿਲਣ ਗਿਆ। ਗਰਮੀਆਂ ਦੇ ਦਿਨ ਪਰਛਾਵੇਂ ਢਲ ਰਹੇ ਸਨ। ਉਸ ਆਪਣਾ ਕਾਰਡ ਅੰਦਰ ਭੇਜਿਆ। ਕਾਰਡ ਅੰਦਰ ਲਿਜਾ ਰਹੀ ਮਾਈ ਨੇ ਉਹਨੂੰ ਸਾਹਮਣੇ ਬੈਂਚ 'ਤੇ ਬੈਠ ਜਾਣ ਲਈ ਇਸ਼ਾਰਾ ਕੀਤਾ, ਪਰ ਉਸ ਖੜੇ ਰਹਿਣਾ ਹੀ ਮੁਨਾਸਬ ਸਮਝਿਆ। ਉਹਦਾ ਦਿਲ ਧੜਕ ਰਿਹਾ ਸੀ। ਉਹਨੂੰ ਸਮਝ ਨਾ ਆਈ ਉਹਦਾ ਦਿਲ ਕਿਉਂ ਧੜਕ ਰਿਹਾ ਸੀ। ਸਾਹਮਣੇ ਦਫ਼ਤਰ 'ਚ ਕਾਲ ਭਰਮੇ ਰੰਗ ਦੀ ਕਰੰਟਣੇ, ਕੱਟੇ ਹੋਏ ਵਾਲ, ਨੰਗੀਆਂ ਲੱਤਾਂ, ਟਾਈਪ ਦੀ ਮਸ਼ੀਨ 'ਤੇ ਉਂਗਲੀਆਂ ਮਾਰੀ ਜਾ ਰਹੀ ਸੀ। ਇਸ ਵੇਲੇ ਇਹ ਕੀ ਟਾਈਪ ਕਰ ਰਹੀ ਹੋਏਗੀ? ਕਿਸੇ ਦੁਕਾਨਦਾਰ ਨੂੰ ਚਿੱਠੀ? ਜਿਹੜਾ ਖੜੀਆ ਚਾਕ ਤੁਸੀਂ ਭੇਜਿਆ ਹੈ ਬਿਲਕੁਲ ਖਰਾਬ ਏ, ਹਰ ਪ੍ਰੋਫੈਸਰ ਸ਼ਿਕਾਇਤ ਕਰਦੀ ਏ, ਚਾਕ ਦੀ ਡਲੀ ਉਂਗਲੀਆਂ 'ਚ ਭੁਰ ਜਾਂਦੀ ਏ। ਨਹੀਂ, ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਟਾਈਪ ਕਰ ਰਹੀ ਹੋਏਗੀ। ਤੇ ਜਦੋਂ ਕਾਲਜ ਬੰਦ ਹੋਏਗਾ, ਜਦੋਂ ਕਾਲਜ ਖੁੱਲ੍ਹੇਗਾ, ਕੁੜੀਆਂ ਆਪਣੀ ਆਪਣੀ ਫੀਸ ਫਲਾਣੀ ਤਰੀਕ ਤੱਕ ਦਾਖਲ ਕਰ ਦੇਣ। ਨਹੀਂ, ਇਹ ਤੇ ਆਪਣੇ ਮਹਿਬੂਬ ਨੂੰ ਚਿੱਠੀ ਲਿਖ ਰਹੀ ਹੋਏਗੀ। ਇੰਨੀ ਲੰਮੀ ਮੁਹੱਬਤ ਦੀ ਚਿੱਠੀ ਹੁੰਦੀ ਹੈ, ਪਰ ਆਪਣੇ ਚਾਨਣ ਵਾਲੇ ਨੂੰ ਕੋਈ ਟਾਈਪ ਕਰਕੇ ਚਿੱਠੀ ਥੋੜ੍ਹਾ ਭੇਜਦਾ। ਉਹਨੂੰ ਤੇ ਚਿੱਠੀ ਹੱਥ ਨਾਲ ਲਿਖੀ ਜਾਂਦੀ ਹੈ, ਤਾਂ ਜੋ ਹਰ ਅੱਖਰ ਵਿੱਚ ਰੂਹ ਫੂਕੀ ਜਾ ਸਕੇ। ਉਹ ਸੋਚਦਾ ਉਹਨੂੰ ਅੰਦਰ ਕਾਰਡ ਨਹੀਂ ਭੇਜਣਾ ਚਾਹੀਦਾ ਸੀ, ਆਪਣੇ ਹੱਥ ਨਾਲ ਸੱਜਰੀ ਲਿਖੀ ਚਿੱਠ ਭੇਜਣੀ ਚਾਹੀਦੀ ਸੀ, ਜਿਸ ਵਿੱਚ ਉਹ ਅਰਮਾਨ ਉਕਰੇ ਹੁੰਦੇ ਜਿਹੜੇ ਉਹਦੇ ਅੰਗ ਅੰਗ 'ਚ ਮਚਲ ਰਹੇ ਸਨ। ਬੀਬੀ ਹੁਣੇ ਆਉਂਦੀ ਏ, ਮਾਈ ਨੇ ਆ ਕੇ ਕਿਹਾ। ਪਰ ਉਹ ਆ ਕਿਉਂ ਨਹੀਂ ਰਹੀ ਸੀ? ਕਿੰਨੀ ਦੇਰ ਕਰ ਰਹੀ ਸੀ? ਖਲੋਤਿਆਂ ਖਲੋਤਿਆਂ ਉਹਦੀਆਂ ਲੱਤਾਂ ਵੀ ਥੱਕਣ ਲੱਗੀਆਂ ਸਨ। ਗਰਮੀਆਂ ਦੀ ਧੁੱਪ ਦਾ ਸੇਕ, ਟਾਈਪ ਕਰ ਰਹੀ ਕਰੰਟਣ ਅਜੇ ਥੱਕੀ ਨਹੀਂ ਸੀ। ਜ਼ਰੂਰ ਪ੍ਰੇਮ ਦੀ ਚਿੱਠੀ ਹੋਏਗੀ। ਮੁਹੱਬਤ ਦੀ ਗੱਲ ਹੀ ਇੰਨੀ ਲੰਮੀ ਹੁੰਦੀ ਹੈ। ਹੁਣ ਉਹ ਟਾਈਪ ਕੀਤੇ ਕਾਗਜ਼ ਨੂੰ ਕੱਢ ਕੇ ਪੜ੍ਹ ਰਹੀ ਸੀ। ਪੜ੍ਹਦੀ ਪੜ੍ਹਦੀ ਉਹਦੇ ਮੱਥੇ 'ਤੇ ਤਿਊੜੀਆਂ ਪੈਣੀਆਂ ਸ਼ੁਰੂ ਹੋ ਗਈਆਂ। ਟਾਈਪ ਕੀਤੇ ਕਾਗਜ਼ ਨੂੰ ਮੁੱਠੀ 'ਚ ਮੁਚਕੋੜ ਕੇ ਉਸ ਰੱਦੀ ਦੀ ਟੋਕਰੀ 'ਚ ਸੁੱਟ ਪਾਇਆ ਤੇ ਮੁੜ ਨਵਾਂ ਕਾਗਜ਼ ਮਸ਼ੀਨ 'ਚ ਚੜ੍ਹਾ ਕੇ ਟਾਈਪ ਕਰਨ ਲੱਗ ਪਈ। ਬੀਬੀ ਆ ਰਹੀ ਹੈ, ਗੇਟ ਦੀ ਮੁਹਾਟ 'ਤੇ ਬੈਠੀ ਮਾਈ ਨੇ ਅੰਦਰ ਵਰਾਂਡੇ ਵੱਲ ਵੇਖਦੇ ਕਿਹਾ। ਉਹਦਾ ਦਿਲ ਜ਼ੋਰ-ਜ਼ੋਰ ਦੀ ਧੜਕਣ ਲੱਗ ਪਿਆ। ਉਹਦੇ ਕਦਮ ਜਿਵੇਂ ਮਣ ਭਾਰੀ ਹੋ ਗਏ ਹੋਣ। ਉਹਦਾ ਮੂੰਹ ਕਿੰਨਾ ਲਾਲ ਹੋ ਰਿਹਾ ਸੀ। ਗਰਮੀ ਸੀ, ਪਰ ਇੰਨਾ ਵੀ ਕੀ। ਕਿਸੇ ਸਹੇਲੀ ਨਾਲ ਗੱਲਾਂ ਕਰਨ ਲੱਗ ਪਈ ਏ। ਮਾਈ ਨੇ ਉਹਦੀ ਬੇਬਲਤਾ ਨੂੰ ਭਾਂਪਦੇ ਹੋਏ ਕਿਹਾ, ਬਾਦਸ਼ਾਹ ਉਮਰ ਹੈ, ਇੱਧਰ ਕੋਈ ਇੰਤਜ਼ਾਰ ਕਰ ਰਿਹਾ ਹੈ। ਉੱਧਰੋਂ ਗੱਲਾਂ ਮਾਰਨ ਲੱਗੀਆਂ ਹੋਈਆਂ ਨੇ। ਤੋਬਾ ਤੋਬਾ, ਅੱਜ ਕੱਲ੍ਹ ਦੀਆਂ ਕੁੜੀਆਂ ਕੀ ਇੰਨੀਆਂ ਗੱਲਾਂ ਇੰਨੀਆਂ ਗੱਲਾਂ ਇਹਨਾਂ ਕਰਨੀਆਂ ਹੁੰਦੀਆਂ ਨੇ। ਮਾਈ ਆਪ ਹੀ ਆਪ ਬੋਲਦੀ ਜਾ ਰਹੀ ਸੀ। ਕਾਲ ਭਰਮੀ ਕਰੰਟਣ ਟਾਈਪ ਦੀ ਮਸ਼ੀਨ ਨੂੰ ਪੋਟਿਆਂ ਨਾਲ ਕੁੱਟਦੀ ਜਾ ਰਹੀ ਸੀ। ਇੱਕੋ ਸਾਹ ਟਾਈਪ ਕਰਦੀ ਉਸ ਫੇਰ ਸਾਰੇ ਦਾ ਸਾਰਾ ਸਫ਼ਾ ਭਰ ਲਿਆ। ਆਪਣੀ ਮੁਹੱਬਤ ਦੀ ਚਿੱਠੀ ਕਾਗਜ਼ ਨੂੰ ਕੱਢ ਕੇ ਉਹ ਮੁੜ ਉਹਨੂੰ ਪੜ੍ਹ ਰਹੀ ਸੀ। ਫਿਰ ਉਹਦੇ ਮੱਥੇ 'ਤੇ ਤਿਊੜੀਆਂ ਬਣਨੀਆਂ ਸ਼ੁਰੂ ਹੋ ਗਈਆਂ। ਫਿਰ ਉਸ ਕਾਗਜ਼ ਨੂੰ ਮਚਕੋੜ ਕੇ ਰੱਦੀ ਦੀ ਟੋਕਰੀ 'ਚ ਸੁੱਟ ਪਾਇਆ ਤੇ ਹੁਣ ਤੀਜੀ ਵਾਰ ਮਸ਼ੀਨ 'ਚ ਕਾਗਜ਼ ਚੜ੍ਹਾ ਰਹੀ ਸੀ। ਆ ਰਹੀ ਏ। ਗੇਟ ਦੀ ਮਾਈ ਅੰਦਰ ਵਰਾਂਡੇ ਵੱਲ ਦੇਖਦੀ ਫਿਰ ਆਪ ਮੁਹਾਰੀ ਬੋਲਣ ਲੱਗੀ, ਜਿਵੇਂ ਪਰੀ ਹੋਵੇ, ਮੋਰਨੀ ਦੀ ਚਾਲ। ਇਸ ਕੁੜੀ ਦੀ ਚਾਲ ਕਿੰਨੀ ਪਿਆਰੀ ਹੈ। ਲੈ, ਇਹ ਫੇਰ ਕਿੱਧਰ ਤੁਰ ਪਈ? ਅੱਛਾ, ਕਿਆਰੀ 'ਚੋਂ ਫੁੱਲ ਤੋੜ ਕੇ ਆਪਣੇ ਵਾਲਾਂ 'ਚ ਲਗਾ ਰਹੀ ਏ। ਸਾਹਮਣੇ ਟਾਈਪ ਕਰ ਰਹੀ ਕਾਲ ਭਰਮੀ ਕਰੰਟਣ ਚਟਾਕ ਚਟਾਕ ਉਂਗਲੀਆਂ ਨੂੰ ਮਸ਼ੀਨ 'ਤੇ ਮਾਰੀ ਜਾ ਰਹੀ ਸੀ। ਕਿਸ ਫੁਰਤੀ ਨਾਲ, ਕਿਸ ਤੇਜ਼ੀ ਨਾਲ ਉਹ
ਟਾਈਪ ਕਰ ਰਹੀ ਸੀ ਜਿਵੇਂ ਥੱਕੇਵੇਂ ਦਾ ਨਾਂ ਕਿਤੇ ਨੂੰ ਨਾ ਆਉਂਦਾ ਹੋਵੇ। ਮੁਹੱਬਤ ਕਰ ਰਿਹਾ ਵੀ ਕੋਈ ਥੱਕਦਾ? ਮੁਹੱਬਤ ਦੀਆਂ ਚਿੱਠੀਆਂ ਤੇ ਭਾਵੇਂ ਕੋਈ ਦਿਨ ਰਾਤ ਟਾਈਪ ਕਰਦਾ ਰਹੇ। ਕਾਗਜ਼ ਦਾ ਸਫ਼ਾ ਫੇਰ ਖਤਮ ਹੋ ਗਿਆ। ਫੇਰ ਕਾਗਜ਼ ਨੂੰ ਕੱਢ ਕੇ ਪੜ੍ਹ ਰਹੀ ਸੀ। ਫੇਰ ਉਹਨੇ ਮੁੱਠੀ 'ਚ ਮਚਕੋੜ ਕੇ ਉਸ ਰੱਦੀ ਦੀ ਟੋਕਰੀ 'ਚ ਸੁੱਟ ਪਾਇਆ। ਇਹ ਕੁੜੀ ਕਰ ਕੀ ਰਹੀ ਹੈ? ਕਿਤੇ ਮੁਹੱਬਤ ਦੀ ਚਿੱਠੀ ਲਿਖਣ ਦੀ ਮੁਹਾਰਤ ਤੇ ਨਹੀਂ ਕਰ ਰਹੀ? ਹੈਲੋ। ਸਾਹਮਣੇ ਟਾਈਪ ਕਰ ਰਹੀ ਕਰੰਟਨ ਨੂੰ ਹੈਰਾਨ ਅੱਖੀਆਂ ਨਾਲ ਉਹ ਵੇਖ ਰਿਹਾ ਸੀ ਕਿ ਉਹਦੇ ਸਾਹਮਣੇ ਆ ਕੇ ਉਹ ਖੜੋ ਗਈ। ਕਣਕ ਵੰਨਾ ਰੰਗ, ਖਿੜਿਆ ਮੱਥਾ, ਹਸੂ ਕਰ ਰਹੀਆਂ ਅੱਖੀਆਂ, ਮਦ ਭਰੇ ਹੋਂਠ, ਗੱਲਾਂ ਤੇ ਇੱਕ ਪਾਸੇ ਤਿਲ, ਮਲੂਕੜੀ ਜਿਹੀ। ਉਹਦੇ ਹੱਥ 'ਚ ਇਹਦਾ ਭੇਜਿਆ ਕਾਰਡ ਸੀ। ਇੱਕ ਨਜ਼ਰ ਉਸੇ ਇੱਧਰ ਵੇਖਿਆ, ਕਹਿਣ ਲੱਗੀ, ਤੁਹਾਨੂੰ ਇੰਜ ਨਹੀਂ ਆਉਣਾ ਚਾਹੀਦਾ ਸੀ। ਇੰਜ ਤੁਹਾਡੇ ਇੱਥੇ ਮੈਨੂੰ ਮਿਲਣ ਆਉਣਾ ਮੁਨਾਸਬ ਨਹੀਂ। ਸਾਹਮਣੇ ਮੁਹਾੜ ਤੇ ਬੈਠੀ ਮਾਈ ਦਾ ਮੂੰਹ ਘਬਰਾਹਟ 'ਚ ਖੁੱਲ੍ਹੇ ਦਾ ਖੁੱਲ੍ਹਾ ਰਹਿ ਗਿਆ। ਇਹ ਤੇ ਖਫਾ ਸੀ। ਤੁਹਾਨੂੰ ਇੰਜ ਨਹੀਂ ਆਉਣਾ ਚਾਹੀਦਾ ਸੀ। ਕੁੜੀਆਂ ਦੇ ਹੋਸਟਲ 'ਚ ਹਰ ਕੋਈ ਨਹੀਂ ਆ ਸਕਦਾ। ਉਹੀ ਲੋਕ ਸਾਨੂੰ ਮਿਲ ਸਕਦੇ ਨੇ ਜਿਨ੍ਹਾਂ ਦੇ ਨਾਂ ਰਜਿਸਟਰ 'ਚ ਦਰਜ ਹੋਣ। ਪਤਾ ਨਹੀਂ ਮਾਈ ਕਿੰਜ ਤੁਹਾਡਾ ਕਾਰਡ ਅੰਦਰ ਲੈ ਗਈ ਤੇ ਉਸ ਵਿਜ਼ਿਟਿੰਗ ਕਾਰਡ ਉਹਦੇ ਹੱਥ 'ਚ ਫੜਾ ਦਿੱਤਾ। ਇੱਕ ਨਜ਼ਰ ਉਹਦੇ ਵੱਲ ਵੇਖਿਆ। ਉਹਦੇ ਵਾਲਾਂ 'ਚ ਲੱਗਾ ਫੁੱਲ ਖਿੜਖਿੜ ਹੱਸ ਰਿਹਾ ਸੀ ਤੇ ਉਂਝ ਦਾ ਉਂਝ ਉਹੀ ਕਦਮ ਕਾਲਜ ਦੇ ਇਹਾਤੇ 'ਚੋਂ ਨਿਕਲ ਆਇਆ। ਟਾਈਪ ਦੀ ਮਸ਼ੀਨ ਤੇ ਉਂਗਲੀਆਂ ਮਾਰ ਰਹੀ ਕਰੰਟਨ ਦੀ ਟਿਕ ਤੇ ਵਾਲਾਂ ਵਿੱਚ ਸੱਜਰਾ ਫੁੱਲ ਲਾ ਕੇ ਆਈ ਕੁੜੀ ਦੇ ਬੋਲ, ਤੁਹਾਨੂੰ ਇੰਜ ਨਹੀਂ ਆਉਣਾ ਚਾਹੀਦਾ ਸੀ। ਉਹਦੇ ਸਿਰ 'ਚ ਇਹ ਆਵਾਜ਼ਾਂ ਗੱਡ ਮੱਡ ਹੋ ਰਹੀਆਂ ਸਨ। ਟਿਕ ਟਿਕ ਟਿਕ, ਤੁਹਾਨੂੰ ਇੰਜ ਨਹੀਂ ਆਉਣਾ ਚਾਹੀਦਾ ਸੀ। ਟਿਕ 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 ਟਿਕ, ਇੰਜ ਤੁਹਾਡਾ ਇੱਥੇ ਮੈਨੂੰ ਮਿਲਣ ਆਉਣਾ ਮੁਨਾਸਬ ਨਹੀਂ। ਟਿਕ 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 ਟਿਕ, ਕੁੜੀਆਂ ਦੇ ਹੋਸਟਲ 'ਚ ਹਰ ਕੋਈ ਨਹੀਂ ਆ ਸਕਦਾ। ਟਿਕ 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 ਟਿਕ, ਉਹੀ ਲੋਕ ਸਾਨੂੰ ਮਿਲ ਸਕਦੇ ਨੇ ਜਿਨ੍ਹਾਂ ਦਾ ਨਾਂ ਰਜਿਸਟਰ 'ਚ ਦਰਜ ਹੋਵੇ। ਟਿਕ 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 ਟਿਕ, ਪਤਾ ਨਹੀਂ ਮਾਈ ਕਿੰਜ ਤੁਹਾਡਾ ਕਾਰਡ ਅੰਦਰ ਲੈ ਗਈ। ਟਿਕ 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 ਟਿਕ, ਤੁਹਾਨੂੰ ਇੰਜ ਨਹੀਂ ਆਉਣਾ ਚਾਹੀਦਾ ਸੀ। ਟਿਕ ਟਿਕ ਟਿਕ, ਨਹੀਂ ਆਉਣਾ ਚਾਹੀਦਾ ਸੀ। ਟਿਕ ਟਿਕ ਟਿਕ, ਨਹੀਂ ਨਹੀਂ ਨਹੀਂ। ਟਿਕ ਟਿਕ, ਨਹੀਂ ਨਹੀਂ। ਟਿਕ ਟਿਕ, ਨਹੀਂ ਨਹੀਂ। ਤੇ ਫੇਰ ਕੇਵਲ ਟਾਈਪ ਦੀ ਟਿਕ 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 ਦੀ ਆਵਾਜ਼ ਉਹਦੇ ਕੰਨਾਂ 'ਚ ਰਹਿ ਗਈ। ਮੁਹੱਬਤ ਦੀ ਚਿੱਠੀ ਟਾਈਪ ਕਰ ਰਹੀ ਕਰੰਟਨ ਦੀਆਂ ਉਂਗਲੀਆਂ ਦੀ ਤੇਜ਼ੀ ਦਾ ਚਿੱਤਰ ਉਹਦੀਆਂ ਅੱਖਾਂ ਅੱਗੇ ਆਉਂਦਾ। ਬਾਕੀ ਸਭ ਕੁਝ ਉਹਨੂੰ ਵਿਸਰ ਗਿਆ। 1 ਦਿਨ, 2 ਦਿਨ, 10 ਦਿਨ, ਉਹਨੂੰ ਸਭ ਕੁਝ ਭੁੱਲ ਭੁਲਾ ਗਿਆ। ਮਹੀਨੇ ਗੁਜ਼ਰ ਗਏ, ਵਰ੍ਹੇ ਬੀਤਣ ਲੱਗ ਪਏ। 2, 4, 10। ਉਹਨਾਂ ਦਿਨਾਂ 'ਚੋਂ ਬੈਂਗਲੌਰ ਸਨ। ਇੱਕ ਦਿਨ ਉਹ ਯੂਨੀਵਰਸਿਟੀ ਲਾਇਬ੍ਰੇਰੀ 'ਚੋਂ ਬਾਹਰ ਨਿਕਲ ਰਿਹਾ ਸੀ ਕਿ ਉਹਦਾ ਉੱਤੇ ਦਾ ਸਾਹ ਉੱਤੇ, ਹੇਠਾਂ ਦਾ ਹੇਠ ਰਹਿ ਗਿਆ। ਕਣਕ ਵੰਨਾ ਰੰਗ, ਖਿੜਿਆ ਮੱਥਾ, ਹਸੂ ਕਰ ਰਹੀਆਂ ਅੱਖੀਆਂ, ਮਦ ਭਰੇ ਹੋਠ, ਗੱਲਾਂ ਤੇ ਇੱਕ ਪਾਸੇ ਤਿਲ, ਮਲੂਕੜੀ ਜੀ। ਇਹ ਕੌਣ ਸੀ? ਇੱਕ ਝਾਮਲਾ ਜਿਹਾ ਉਹਨੂੰ ਆਇਆ। ਨਹੀਂ, ਇਹ ਤੇ ਕੋਈ ਮਲਿਆਲਣ ਸੀ। ਕਿੱਥੇ ਪੰਜਾਬ, ਕਿੱਥੇ ਮੈਸੂਰ। ਇਹ ਤੇ ਕੋਈ ਮਲਿਆਲਣ ਕੁੜੀ ਸੀ। ਘਰ ਆ ਰਿਹਾ ਉਸ ਰਸਤੇ 'ਚ ਆਪਣੀ ਤ੍ਰੀਮਤ ਨੂੰ ਕਾਲਜੋਂ ਲਿਆ। ਆਪਣਾ ਕੰਮ ਖਤਮ ਕਰਕੇ ਉਹ ਕਦੋਂ ਦੀ ਉਡੀਕ ਰਹੀ ਸੀ। ਫਿਰ ਉਹ ਬੱਚੇ ਦੇ ਸਕੂਲ ਗਏ। ਬੱਚਾ ਗੇਟ ਤੇ ਖਲੋਤਾ ਉਹਦਾ ਰਾਹ ਵੇਖ ਰਿਹਾ ਸੀ। ਉਹ ਸੋਚਦਾ ਅੱਜ ਉਹਨੂੰ ਦੇਰ ਹੋ ਗਈ ਸੀ। ਅੱਜ ਉਸ ਦੇਰ ਕਰ ਦਿੱਤੀ ਸੀ ਆਪਣੀ ਤ੍ਰੀਮਤ ਨੂੰ ਕਾਲਜੋਂ ਲੈਣ ਵਿੱਚ, ਆਪਣੇ ਬੱਚੇ ਨੂੰ ਸਕੂਲੋਂ ਲਿਆਉਣ ਵਿੱਚ, ਤੇ ਉਹ ਆਪਣੇ ਆਪ ਸ਼ਰਮਿੰਦਾ ਹੋਣ ਲੱਗ। ਇੰਜ ਪਹਿਲੇ ਤੇ ਉਸ ਕਦੀ ਨਹੀਂ ਕੀਤਾ ਸੀ। ਉਹਦੀ ਤ੍ਰੀਮਤ ਅਜੇ ਆਪਣੀ ਕਲਾਸ ਨੂੰ ਪੜ੍ਹਾਈ ਰਹੀ ਹੁੰਦੀ ਤੇ ਉਹ ਬਾਹਰ ਗੇਟ ਤੇ ਪੁੱਜ ਕੇ ਹਾਰਨ ਵਜਾਉਣ ਲੱਗ। ਹਮੇਸ਼ਾ ਛੁੱਟੀ ਦੀ ਘੰਟੀ ਤੋਂ ਪਹਿਲੇ ਉਹ ਬੱਚੇ ਦੇ ਸਕੂਲ ਦੇ ਬਾਹਰ ਉਡੀਕ ਰਿਹਾ ਹੁੰਦਾ। ਅੱਜ ਉਹ ਤੋਂ ਅਣਗਹਿਲੀ ਹੋ ਗਈ ਸੀ। ਨਾ ਉਹਦੀ ਤ੍ਰੀਮਤ ਨੇ ਸ਼ਿਕਾਇਤ ਕੀਤੀ, ਨਾ ਉਹਦੇ ਬੱਚੇ ਨੇ ਉਹਦਾ ਦੇਰ ਕਰਕੇ ਆਉਣਾ ਪਰਤਾਲਿਆ ਸੀ, ਪਰ ਤਾਂ ਵੀ ਉਹ ਅੰਦਰ ਹੀ ਅੰਦਰ ਲੱਜਿਤ ਹੋ ਰਿਹਾ ਸੀ। ਕੁਝ ਦਿਨ ਤੇ ਸ਼ਹਿਰ 'ਚ ਇੱਕ ਕਲਾ ਦੀ ਨੁਮਾਇਸ਼ ਲੱਗਣੀ ਸੀ। ਉਹਦੇ ਉਦਘਾਟਨ ਤੇ ਉਹ ਗਏ। ਮਿਨਿਸਟਰ ਸਾਹਿਬ ਜਿਨ੍ਹਾਂ ਨੂੰ ਉਦਘਾਟਨ ਲਈ ਬੁਲਾਇਆ ਗਿਆ ਸੀ, ਪਹਿਲੇ ਤੇ ਚਿਰ ਕਰਕੇ ਪਹੁੰਚੇ, ਫਿਰ ਬੋਲਣ ਲੱਗੇ ਤਾਂ ਗੱਲ ਮੁਕਾਣ 'ਚ ਹੀ ਨਾ ਆਉਣ। ਪਲਾਤਾ ਹਨੇਰਾ ਹੋ ਰਿਹਾ ਸੀ ਤੇ ਜਦੋਂ ਨੁਮਾਇਸ਼ ਦੇ ਹਾਲ 'ਚ ਵੜੇ, ਹਰ ਚਿੱਤਰ ਦੇ ਕੋਲ ਕਲਾਕਾਰ ਆਪ ਖਲੋਤਾ ਸੀ ਤੇ ਉਸ ਵੇਖਿਆ ਸਾਹਮਣੇ ਇੱਕ ਕੋਨੇ 'ਚ ਉਹ ਸੀ, ਕਣਕ ਵੰਨਾ ਰੰਗ, ਖਿੜਿਆ ਮੱਥਾ, ਹਸੂ ਕਰ ਰਹੀਆਂ ਅੱਖੀਆਂ, ਮਦ ਭਰੇ ਹੋਂਠ, ਗੱਲਾਂ ਤੇ ਇੱਕ ਪਾਸੇ ਤਿਲ, ਮਲੂਕੜੀ ਜਿਹੀ। ਉਹ ਸਿਰ ਤੋਂ ਲੈ ਕੇ ਪੈਰਾਂ ਤੀਕ ਕੰਬ ਗਿਆ। ਉਹਨੂੰ ਸਮਝ ਨਹੀਂ ਆ ਰਹੀ ਸੀ ਕੀ ਕਹੇ ਕਿ ਅਗਲੇ ਛਿਣ ਉਸ ਕੁੜੀ ਨੇ ਹੱਥ ਜੋੜ ਕੇ ਉਹਨਾਂ ਦਾ ਸਵਾਗਤ ਕੀਤਾ ਤੇ ਆਪਦੇ ਚਿੱਤਰ ਦੀ ਵਿਸ਼ੇਸ਼ਤਾ ਦਾ ਜ਼ਿਕਰ ਕਰਨ ਲੱਗ ਪਈ। ਉਹ ਕਦੀ ਚਿੱਤਰ ਨੂੰ ਵੇਖਦਾ, ਕਦੀ ਚਿੱਤਰ ਬਣਾਉਣ ਵਾਲੀ ਨੂੰ ਵੇਖਦਾ। ਫਿਰ ਉਹਦੇ ਪੈਰਾਂ ਥੱਲਿਓਂ ਜਿਵੇਂ ਜ਼ਮੀਨ ਨਿਕਲ ਗਈ। ਉਸ ਕੁੜੀ ਨੇ ਉਹਦਾ ਨਾਂ ਲੈ ਕੇ ਕਿਹਾ, ਪਰ ਤੁਹਾਨੂੰ ਸਮਝਾਉਣ ਦੀ ਕੀ ਲੋੜ, ਤੁਹਾਥੋਂ ਕੀ ਭੁੱਲਿਆ? ਤੇ ਬਿਨਾਂ ਹੋਰ ਕੁਝ ਕਹੇ ਸੁਣੇ ਆਪਣੀ ਤ੍ਰੀਮਤ ਤੇ ਆਪਣੇ ਬੱਚੇ ਦੇ ਨਾਲ ਅੱਗੇ ਤੁਰ ਪਿਆ। ਉਹਦੀਆਂ ਲੱਤਾਂ ਜਿਵੇਂ ਸਾਹ ਸੱਤ ਨਾ ਰਿਹਾ ਹੋਵੇ। ਕਦੀ ਆਪਣੇ ਬੱਚੇ ਦੇ, ਕਦੀ ਆਪਣੀ ਤ੍ਰੀਮਤ ਦੇ ਮੋਢਿਆਂ ਤੇ ਉਹ ਹੱਥ ਰੱਖ। ਡੈਡੀ, ਇਹ ਆਰਟਿਸਟ ਕੁੜੀ ਤੁਹਾਡੀ ਜਾਣ ਪਛਾਣ ਹੈ? ਰਸਤੇ 'ਚ ਉਹਦੇ ਬੱਚੇ ਨੇ ਉਹਦੇ ਤੇ ਸਵਾਲ ਕੀਤਾ। ਉਹ ਚੁੱਪ ਰਿਹਾ। ਮੂੰਹ ਕਿੰਨਾ ਸੋਹਣਾ ਹੈ ਉਸ ਕੁੜੀ ਦਾ। ਕੁਝ ਚਿਰ ਬਾਅਦ ਬੱਚਾ ਫੇਰ ਬੋਲਿਆ। ਮੋਟਰ ਚਲਾ ਰਿਹਾ। ਉਹਨੂੰ ਲੱਗਾ ਜਿਵੇਂ ਸਟੀਅਰਿੰਗ ਉਹਦੇ ਹੱਥੋਂ ਛੁੱਟ ਗਿਆ ਹੋਵੇ। ਮਸਾਂ ਮੋਟਰ ਸਾਹਮਣੇ ਜਾ ਰਹੀ ਰਿਕਸ਼ਾ ਨਾਲ ਟਕਰਾਉਣ ਤੋਂ ਬਚੀ। ਤੈਨੂੰ ਕਿਹਾ ਵੀ ਏ,
ਮੋਟਰ ਚਲਾ ਰਹੇ ਡੈਡੀ ਨਾਲ ਤੂੰ ਫਜ਼ੂਲ ਗੱਲਾਂ ਨਾ ਕਰਿਆ ਕਰ, ਉਹਦੀ ਮਾਂ ਨੇ ਬੱਚੇ ਨੂੰ ਡਾਂਟਿਆ। ਤੇ ਬਾਕੀ ਸਮਾਂ ਬੱਚਾ ਚੁੱਪਚਾਪ ਬੈਠਾ ਰਿਹਾ। ਉਹਦੀ ਤ੍ਰੀਮਤ ਚੁੱਪ ਸੀ, ਉਹਦੇ ਮੂੰਹ ਦਾ ਸਵਾਦ ਫਿੱਕਾ ਫਿੱਕਾ ਹੋ ਗਿਆ। ਬਹੁਤ ਦਿਨ ਨਹੀਂ ਸੀ ਗੁਜ਼ਰੇ, ਗਰਮੀਆਂ ਦੀ ਇੱਕ ਦੁਪਹਿਰ ਉਹ ਘਰ ਖਾਣਾ ਖਾਣ ਜਾ ਰਿਹਾ ਸੀ ਕਿ ਦਫ਼ਤਰ ਦੀਆਂ ਹਨੇਰੀਆਂ ਠੰਡੀਆਂ ਪੌੜੀਆਂ ਉੱਤਰਦੇ ਮੋੜ 'ਤੇ ਉਸ ਵੇਖਿਆ ਉਹ ਸੀ। ਕਣਕ ਵੰਨਾ ਰੰਗ, ਖੇੜਿਆ ਮੱਥਾ, ਹਸੂ ਹਸੂ ਕਰ ਰਹੀਆਂ ਅੱਖੀਆਂ, ਮਦ ਭਰੇ ਹੋਠ, ਗੱਲਾਂ 'ਤੇ ਇੱਕ ਪਾਸੇ ਤਿਲ, ਮਲੂਕੜੀ ਜੀ। ਉੱਤੇ ਜਾ ਰਹੀ ਸੀ, ਉਹਨੂੰ ਵੇਖ ਉੱਥੇ ਦੀ ਉੱਥੇ ਰੁਕ ਗਈ। ਮੈਂ ਤੇ ਤੁਹਾਡੇ ਵੱਲ ਹੀ ਜਾ ਰਹੀ ਸਾਂ। ਪੌੜੀਆਂ 'ਚ ਖਲੋ ਕੇ ਗੱਲਾਂ ਕਰਨ ਦੀ ਥਾਂ ਨਹੀਂ ਸੀ। ਉਹ ਹੇਠਾਂ ਉਤਰ ਆਏ ਤੇ ਉਸ ਕੁੜੀ ਨੇ ਆਪਣੇ ਹੱਥ 'ਚ ਫੜਿਆ ਇੱਕ ਚਿੱਤਰ ਉਹਨੂੰ ਵਿਖਾਇਆ। ਉਹਨਾਂ ਦੇ ਬੱਚੇ ਦਾ ਚਿੱਤਰ ਸੀ। ਉਸ ਦੇ ਨੁਮਾਇਸ਼ 'ਚ ਉਹਨੂੰ ਵੇਖ ਕੇ ਮੈਂ ਇਹ ਬਣਾਇਆ। ਪਰ ਕੀ ਸਾਡੇ ਬੱਚੇ ਦੀਆਂ ਗੱਲਾਂ 'ਤੇ ਤਿਲ ਹੈ? ਉਹ ਬਿਟ-ਬਿਟ ਚਿੱਤਰ ਵੱਲ ਵੇਖ ਰਿਹਾ ਸੀ ਤੇ ਉਹ ਖਿੜਖਿੜਾ ਕੇ ਹੱਸ ਪਈ। ਤੁਸੀਂ ਆਪਣੇ ਬੱਚੇ ਦੇ ਮੂੰਹ ਨੂੰ ਵੀ ਕਦੀ ਨਹੀਂ ਵੇਖਿਆ? ਹੱਸੀ ਜਾਏ ਹੱਸੀ ਜਾਏ। ਘਰ ਪੁੱਜ ਕੇ ਹੈਰਾਨ ਰਹਿ ਗਿਆ। ਸੱਚਮੁੱਚ ਉਹਨਾਂ ਦੇ ਬੱਚੇ ਦੀ ਗੱਲ 'ਤੇ ਇੱਕ ਤਿਲ ਸੀ ਤੇ ਉਹਦੀ ਤ੍ਰੀਮਤ ਮੁੜ-ਮੁੜ ਕਹਿੰਦੀ, ਪਿਓ ਨੇ ਇੰਨੇ ਦਿਨ ਕਦੇ ਆਪਣੇ ਬੱਚੇ ਦਾ ਤਿਲ ਨਹੀਂ ਵੇਖਿਆ ਸੀ। ਸ਼ਹਿਰ ਦੀ ਇੱਕ ਸੰਸਥਾ ਉਹਦਾ ਨਾਟਕ ਖੇਡ ਰਹੀ ਸੀ। ਉਸ ਤੋਂ ਇਜਾਜ਼ਤ ਮੰਗੀ ਗਈ। ਉਹਨੂੰ ਕੋਈ ਇਤਰਾਜ਼ ਨਹੀਂ ਸੀ। ਫਿਰ ਕਈ ਵਾਰ ਨਾਟਕ 'ਚ ਹਿੱਸਾ ਲੈ ਰਹੇ ਕਲਾਕਾਰ ਉਹਨੂੰ ਮਿਲਣ ਆਏ। ਨਾਟਕ ਦੇ ਕਈ ਪਹਿਲੂਆਂ 'ਤੇ ਬਹਿਸ ਕਰਦੇ ਰਹਿੰਦੇ। ਜਿਸ ਦਿਨ ਨਾਟਕ ਖੇਡਿਆ ਜਾਣਾ ਸੀ ਉਹਨੂੰ ਖਾਸ ਤੌਰ 'ਤੇ ਆਮੰਤਰਿਤ ਕੀਤਾ ਗਿਆ। ਉਹਨੂੰ, ਉਹਦੀ ਤ੍ਰੀਮਤ ਨੂੰ ਤੇ ਉਹਨਾਂ ਦੇ ਬੱਚੇ ਨੂੰ। ਹਾਲ 'ਚ ਬੈਠਾ ਉਹਨੂੰ ਅਜੀਬ ਲੱਗ ਰਿਹਾ ਸੀ। ਸਭ ਤੋਂ ਅੱਗੇ ਬੈਠ ਕੇ ਆਪਣਾ ਨਾਟਕ ਖੇਡਿਆ ਜਾ ਰਿਹਾ ਆਪ ਵੇਖਣਾ। ਉਹਨੂੰ ਲੱਗਦਾ ਜਿਵੇਂ ਕੋਈ ਫੈਸ਼ਨ ਦੀ ਪਰੇਡ 'ਚ ਸ਼ਾਮਲ ਹੋ ਰਿਹਾ ਹੋਵੇ। ਉਹ ਆਪਣੀ ਤ੍ਰੀਮਤ ਨਾਲ ਫੈਸਲਾ ਕੀਤਾ, ਇੰਟਰਵਲ 'ਚੋਂ ਖਿਸਕ ਜਾਣਗੇ। ਪਰ ਇਸ ਤੋਂ ਪਹਿਲੇ ਕਿ ਇੰਟਰਵਲ ਲਈ ਹਾਲ 'ਚ ਬੱਤੀਆਂ ਜਗਣ, ਸਟੇਜ 'ਤੇ ਨਾਟਕ ਦਾ ਨਿਰਦੇਸ਼ਕ ਸੀ। ਸਾਡੇ ਦਰਮਿਆਨ ਅੱਜ ਇਸ ਨਾਟਕ ਦੇ ਲੇਖਕ ਬੈਠੇ ਹਨ। ਉਹ ਐਲਾਨ ਕਰ ਰਿਹਾ ਸੀ, ਅਸੀਂ ਉਹਨਾਂ ਦੇ ਆਭਾਰੀ ਹਾਂ ਕਿ ਉਹਨਾਂ ਸਾਨੂੰ ਆਪਣਾ ਨਾਟਕ ਖੇਡਣ ਦੀ ਆਗਿਆ ਦਿੱਤੀ। ਸਾਡੀ ਸੰਸਥਾ ਵੱਲੋਂ ਹੁਣ ਉਹਨਾਂ ਦਾ ਸਵਾਗਤ ਕੀਤਾ ਜਾਏਗਾ। ਤੇ ਉਹ ਪਸੀਨੋ ਪਸੀਨੀ ਹੋ ਗਿਆ। ਪਰਦੇ ਪਿੱਛੋਂ ਉਹ ਨਿਕਲੀ, ਕਣਕ ਵੰਨਾ ਰੰਗ, ਖਿੜਿਆ ਮੱਥਾ, ਹਸੂ ਹਸੂ ਕਰ ਰਹੀਆਂ ਅੱਖੀਆਂ, ਮਦ ਭਰੇ ਹੋਠ, ਗੱਲਾਂ 'ਤੇ ਇੱਕ ਪਾਸੇ ਤਿਲ, ਮਲੂਕੜੀ ਜੀ। ਉਹਦੇ ਹੱਥ 'ਚ ਅਤਿਅੰਤ ਸੁੰਦਰ ਫੁੱਲਾਂ ਦਾ ਇੱਕ ਹਾਰ ਸੀ। ਉਹਨੂੰ ਆਪਣੇ ਵੱਲ ਆ ਰਿਹਾ ਵੇਖ ਉਹ ਉੱਠ ਕੇ ਅੱਗੇ ਵਧਿਆ। ਉਹ ਸੋਚਦਾ ਸੀ ਫੁੱਲਾਂ ਦਾ ਹਾਰ ਉਹਦੇ ਹੱਥ 'ਚ ਫੜਾਏਗੀ। ਮੁਸਕਰਾਉਂਦੀ ਹੋਈ ਉਹ ਆਈ ਤੇ ਉਸ ਹਾਰ ਉਹਦੇ ਗਲ 'ਚ ਪਾ ਦਿੱਤਾ। ਸਾਰਾ ਹਾਲ ਤਾੜੀਆਂ ਨਾਲ ਗੂੰਜ ਪਿਆ। ਫਿਰ ਸਟੇਜ 'ਤੇ ਜਾ ਕੇ ਉਸ ਇੱਕ ਤਕਰੀਰ ਕੀਤੀ। ਉਹ ਹੈਰਾਨ ਸੀ ਕਿੰਨਾ ਕੁਝ ਉਹਦੀ ਬਾਬਤ ਉਹ ਜਾਣਦੀ ਸੀ। ਕਿੰਨੀ ਮਹਿਕ ਸੀ ਫੁੱਲਾਂ ਦੀ। ਇੱਕ ਨਸ਼ਾ ਉਹਨੂੰ ਮਹਿਸੂਸ ਹੋ ਰਿਹਾ ਸੀ। ਉਸ ਸ਼ਾਮ ਘਰ ਮੁੜ ਰਹੇ ਮੋਟਰ ਦਾ ਸਟੀਅਰਿੰਗ ਆਪਣੀ ਤ੍ਰੀਮਤ ਨੂੰ ਦੇ ਕੇ ਉਹ ਚੁੱਪਚਾਪ ਪਿਛਲੀ ਸੀਟ 'ਤੇ ਜਾ ਬੈਠ। ਹਰ ਵੇਲੇ ਗੁੰਮਿਆਂ, ਹਰ ਵੇਲੇ ਉਦਾਸ, ਹਰ ਵੇਲੇ ਰੁਆਂਸਾ। ਉਹਦਾ ਦਿਲ ਉਸ ਸ਼ਹਿਰ 'ਚ ਨਹੀਂ ਲੱਗਦਾ ਸੀ। ਉੱਠਦੇ ਬੈਠਦੇ ਉਹ ਸੋਚਦਾ ਉਹਨਾਂ ਦੀ ਬਦਲੀ ਹੋ ਜਾਏ। ਉਹੀ ਗੱਲ ਹੋਈ। ਕੁਝ ਮਹੀਨੇ 'ਤੇ ਉਹਨਾਂ ਦੀ ਤਬਦੀਲੀ ਦੇ ਆਰਡਰ ਆ ਗਏ। ਕਿੱਥੇ ਬੰਗਲੌਰ, ਕਿੱਥੇ ਦਾਰਜੀਲਿੰਗ। ਜਿਸ ਸ਼ਹਿਰ 'ਚ ਅੱਜ ਕੱਲ੍ਹ ਉਹਨਾਂ ਦੀ ਬਦਲੀ ਹੋਈ ਸੀ, ਉਹ ਸਾਰਾ ਦਿਨ ਉਹ ਆਪਣੇ ਕੰਮ 'ਚ ਰੁੱਝਿਆ ਰਹਿੰਦਾ। ਨਵਾਂ ਉਹਨਾਂ ਦਾ ਦਫ਼ਤਰ ਇੱਥੇ ਖੁੱਲ੍ਹਿਆ ਸੀ। ਢੇਰ ਸਾਰਾ ਕੰਮ ਕਰਨਾ ਅਜੇ ਬਾਕੀ ਸੀ। ਦਾਰਜੀਲਿੰਗ ਆਏ ਉਹਨਾਂ ਨੂੰ ਕੁਝ ਦਿਨ ਹੀ ਹੋਏ ਸੀ ਕਿ ਇੱਕ ਦੁਪਹਿਰ ਚਪੜਾਸੀ ਨੇ ਇੱਕ ਮੁਲਾਕਾਤੀ ਕਾਰਡ ਉਹਦੇ ਸਾਹਮਣੇ ਲਿਆ ਕੇ ਰੱਖਿਆ। ਉਹਨੂੰ ਇੱਕ ਖਾਸ ਖੁਸ਼ਬੂ ਉਸ ਵਿੱਚੋਂ ਆਈ। ਉਹ ਸਿਰ ਤੋਂ ਲੈ ਕੇ ਪੈਰਾਂ 'ਤੇ ਇੱਕ ਕੰਬ ਗਿਆ। ਪਰ ਨਹੀਂ, ਇਹ ਤਾਂ ਕੋਈ ਕਾਲਜ ਦੀ ਲੈਕਚਰਰ ਸੀ। ਸ਼ਹਿਰ 'ਚ ਕੁੜੀਆਂ ਦਾ ਕਾਲਜ ਸੀ, ਉਸ 'ਚ ਪੜ੍ਹਾਉਂਦੀ ਸੀ। ਚਪੜਾਸੀ ਨੇ ਉਹਨੂੰ ਕਾਰਡ ਵੱਲ ਮੁੜ ਝਾਕਦੇ ਵੇਖ ਕੇ ਕਿਹਾ, 2 ਮੇਮ ਸਾਹਿਬ ਹਨ, ਕਾਰਡ ਇੱਕ ਨੇ ਦਿੱਤਾ। ਤੇ ਫਿਰ ਉਹਦੇ ਸਿਰ ਹਿਲਾਉਣ 'ਤੇ ਉਹਨਾਂ ਨੂੰ ਅੰਦਰ ਭੇਜਿਆ ਗਿਆ। ਪਰਦਾ ਹਟਿਆ ਤੇ ਉਸ ਦੇਖਿਆ ਕਣਕ ਵੰਨਾ ਰੰਗ, ਖਿੜਿਆ ਮੱਥਾ, ਹਸੂ ਕਰ ਰਹੀਆਂ ਅੱਖੀਆਂ, ਮਦ ਭਰੇ ਹੋਠ, ਗੱਲਾਂ ਦੇ ਇੱਕ ਪਾਸੇ ਤਿਲ, ਮਲੂਕੜੀ ਜਿਹੀ, ਤੇ ਉਹਦਾ ਮੂੰਹ ਪੀਲਾ ਭੂਖ ਹੋ ਗਿਆ। ਇੱਕ ਰੰਗ ਆਏ ਇੱਕ ਜਾਏ। ਦੋਵੇਂ ਕੁੜੀਆਂ ਉਹਦੇ ਸਾਹਮਣੇ ਬੈਠੀਆਂ ਸਨ। ਵਿਚਕਾਰ ਮੇਜ਼ ਸੀ। ਬਿਟ ਉਹਦੇ ਵੱਲ ਵੇਖ ਰਹੀਆਂ ਸਨ, ਬਿਟ ਉਹਨਾਂ ਵੱਲ ਵੇਖ ਰਿਹਾ ਸੀ। ਤੇ ਫਿਰ ਕੁੜੀਆਂ ਖਿੜਖਿੜਾ ਕੇ ਹੱਸ ਪਈਆਂ। ਉਹਨੂੰ ਕੁਝ ਸਮਝ ਨਾ ਆਈ। ਇੱਕ ਅੰਗਰੇਜ਼ੀ ਦੀ ਪ੍ਰੋਫੈਸਰ ਸੀ, ਦੂਜੀ ਮਨੋਵਿਗਿਆਨ ਦੀ। ਦੋਵੇਂ ਗੂੜੀਆਂ ਸਹੇਲੀਆਂ ਸਨ। ਮੈਂ ਤੈਨੂੰ ਠੀਕ ਕਿਹਾ ਸੀ ਕਿ ਗਲਤ? ਫਿਰ ਅੰਗਰੇਜ਼ੀ ਦੀ ਪ੍ਰੋਫੈਸਰ ਆਪਣੀ ਸਾਥਣ ਨੂੰ ਕਹਿਣ ਲੱਗੀ। ਮੈਂ ਤੇ ਹੈਰਾਨ ਹੀ ਹੋ ਰਹੀ ਹਾਂ। ਮਨੋਵਿਗਿਆਨ ਦੀ ਪ੍ਰੋਫੈਸਰ ਅਜੇ ਤੱਕ ਇੱਕ ਟੱਕ ਉਹਦੇ ਵੱਲ ਵੇਖ ਰਹੀ ਸੀ। ਅੰਗਰੇਜ਼ੀ ਦੀ ਪ੍ਰੋਫੈਸਰ ਕਾਲੇ ਤਿਲ ਵਾਲੀ ਕੁੜੀ ਇੰਝ ਬੇਤਕਲਫੀ ਨਾਲ ਬੈਠੀ ਸੀ ਜਿਵੇਂ ਉਹਦਾ ਆਪਣਾ ਉਹ ਕਮਰਾ ਹੋਵੇ। ਕਦੋਂ ਦੀ ਉਸ ਵਿੱਚ ਉਹ ਉੱਠ ਬੈਠ ਰਹੀ ਹੋਵੇ। ਇੱਕ ਹੁਲਾਰ ਵਿੱਚ ਕੁਰਸੀ ਦੇ ਹੱਥ 'ਤੇ ਆਪਣੀ ਉਂਗਲੀ ਨਾਲ ਪੋਲੇ ਤਾਲ ਦੇ ਰਹੀ ਸੀ, ਜਿਵੇਂ ਉਹਦੇ ਅੰਦਰ ਕੋਈ ਨਗਮਾ ਛਿੜਿਆ ਹੋਵੇ। ਕਮਰੇ 'ਚ ਫਿਰ ਚੁੱਪ ਵਰਤ ਗਈ। ਅੰਗਰੇਜ਼ੀ ਦੀ ਪ੍ਰੋਫੈਸਰ ਉਂਗਲੀ ਨਾਲ ਕੁਰਸੀ ਦੀ ਹੱਥੀ 'ਤੇ ਆਪ ਮੁਹਾਰੀ ਤਾਲ ਦੇ ਰਹੀ ਸੀ। ਆਖਰ ਮਨੋਵਿਗਿਆਨ ਦੀ ਪ੍ਰੋਫੈਸਰ ਬੋਲੀ, ਤੁਹਾਡੇ ਇਸ ਸ਼ਹਿਰ ਆਉਣ ਦੀ ਖਬਰ ਜਦੋਂ ਇੱਥੇ ਛਪੀ ਅਖਬਾਰ ਪੜ੍ਹ ਰਹੀ, ਇਹਦੇ ਕੋਲ ਮੈਂ ਬੈਠੀ ਸਾਂ। ਖਬਰ ਪੜ੍ਹਦੀ ਇੱਕਦਮ ਗੜੂੰਦ ਹੋ ਗਈ। ਅਕਸਰ ਇੰਜੇ ਚੁੱਪ ਹੋ ਜਾਇਆ ਕਰਦੀ ਏ।
ਮੈਂ ਕੋਈ ਵਿਸ਼ੇਸ਼ ਇਸ ਵੱਲ ਧਿਆਨ ਨਹੀਂ ਦਿੱਤਾ। ਕੁਝ ਚਿਰ 'ਤੇ ਅਖਬਾਰ ਵੱਲ ਵੇਖਦੀ ਏ ਤੁਹਾਡਾ ਹੁਲੀਆ ਬਿਆਨ ਕਰਨ ਲੱਗ ਪਈ। ਇੰਨ ਬਿੰਨ ਜਿਵੇਂ ਤੁਸੀਂ ਹੋ, ਤੁਹਾਡੇ ਭਰਵੱਟੇ, ਤੁਹਾਡਾ ਨੱਕ, ਤੁਹਾਡੀਆਂ ਅੱਖੀਆਂ, ਭੂਰੇ ਰੰਗ ਦੀ ਸ਼ੇਰਵਾਨੀ ਜਿਹੜੀ ਤੁਸੀਂ ਪਾਈ ਹੋਈ ਏ, ਮੈਂ ਤੇ ਹੈਰਾਨ ਹੀ ਹੋ ਰਹੀ ਹਾਂ। ਉਹਨੂੰ ਕੁਝ ਸਮਝ ਨਹੀਂ ਆ ਰਹੀ ਸੀ ਉਹ ਕੀ ਜਵਾਬ ਦੇਵੇ। ਅੰਗਰੇਜ਼ੀ ਦੀ ਪ੍ਰੋਫੈਸਰ ਦੀਆਂ ਨਜ਼ਰਾਂ ਜਿਵੇਂ ਹੁਣ ਫਰਸ਼ ਉੱਤੇ ਗੱਡੀਆਂ ਗਈਆਂ ਹੋਣ। ਉਹਦੀ ਉਂਗਲੀ ਨੇ ਤਾਲ ਦੇਣਾ ਬੰਦ ਕਰ ਦਿੱਤਾ ਸੀ। ਉਹਦਾ ਮੂੰਹ ਲਾਲ ਬਿੰਬ ਹੋ ਰਿਹਾ ਸੀ। ਫਿਰ ਚਪੜਾਸੀ ਕੌਫੀ ਲੈ ਆਇਆ। ਨਵਾਂ ਦਫ਼ਤਰ ਖੁੱਲ੍ਹਾ ਰਿਹਾ ਸੀ। ਉਹਨੂੰ ਹਦਾਇਤ ਸੀ ਕੁਝ ਦਿਨਾਂ ਤੱਕ ਜੋ ਵੀ ਮੁਲਾਕਾਤੀ ਆਉਣ ਉਹਨਾਂ ਦੀ ਖਾਤਰ ਕੀਤੀ ਜਾਏ। ਅੰਗਰੇਜ਼ੀ ਦੀ ਪ੍ਰੋਫੈਸਰ ਕੌਫੀ ਨਹੀਂ ਪੀਂਦੀ ਸੀ ਅਤੇ ਉਹ ਪਾਣੀ ਹੋ ਗਿਆ। ਕਾਫੀ ਉਹ ਆਪ ਵੀ ਨਹੀਂ ਪੀਂਦਾ ਸੀ ਅਤੇ ਫਿਰ ਉਹ ਉਹਦਾ ਚਾਹ ਦੇ ਪਿਆਲੇ ਨਾਲ ਸਾਥ ਦਿੱਤਾ, ਗਰਮ ਚਾਹ। ਕੁਝ ਦਿਨਾਂ ਤੋਂ ਉਹਦੇ ਦਫ਼ਤਰ 'ਚ ਇੰਝ ਆਉਂਦੀ ਜਿਵੇਂ ਜਨਮਾਂ ਜਨਮਾਂਤਰਾਂ ਦੀ ਉਹਨਾਂ ਦੀ ਜਾਣ ਪਛਾਣ ਹੋਵੇ। ਕਿੰਨੀਆਂ ਗੱਲਾਂ ਕਰਦੀ ਸੀ। ਉਹਦੇ ਕੋਲ ਹੁੰਦਾ ਤੇ ਆਪ ਮੁਹਾਰੀ ਬੋਲਦੀ ਜਾਂਦੀ, ਨਾ ਥੱਕਦੀ ਨਾ ਹਾਰਦੀ। ਫਿਰ ਆਪ ਹੀ ਆਪ ਕਹਿੰਦੀ, ਮੈਂ ਕਿੰਨਾ ਬਕਦੀ ਹਾਂ, ਤੁਹਾਡੇ ਕੰਨ ਵੀ ਪੱਕ ਗਏ ਹੋਣੇ ਨੇ। ਫਿਰ ਇੱਕ ਦਿਨ ਹੋਸਟਲ 'ਤੇ ਉਹਦੇ ਕਮਰੇ 'ਚੋਂ ਬੈਠਾ ਸੀ ਕਿ ਉਸ ਸਾਹਮਣੇ ਪਈ ਆਪਣੀ ਡਾਇਰੀ ਦਾ ਇੱਕ ਸਫ਼ਾ ਉਹਨੂੰ ਵਿਖਾਇਆ। ਅੱਜ ਮੈਂ ਉਹਨੂੰ ਮਿਲੀ, ਉਸ ਵਰਗਾ ਕੋਈ ਨਹੀਂ, ਬਸ ਇੱਕ ਸਤਰ, ਬਾਕੀ ਸਫ਼ਾ ਖਾਲੀ ਸੀ। ਉਸ ਜਾਣਬੁੱਝ ਕੇ ਡਾਇਰੀ ਦਾ ਹੋਰ ਕੋਈ ਸਫ਼ਾ ਨਹੀਂ ਦੇਖਿਆ। ਅਗਲੇ ਦਿਨ ਦਫ਼ਤਰ 'ਚ ਕੰਮ ਕਰਦੇ ਉਹਨੂੰ ਅਚਾਨਕ ਚੇਤਾ ਆਇਆ ਉਹਦੀ ਡਾਇਰੀ ਦੀ ਉਹ ਤਰੀਕ ਉਹ ਦਿਨ ਸੀ ਜਦੋਂ ਆਪਣੀ ਸਹੇਲੀ ਨਾਲ ਪਹਿਲੀ ਵਾਰ ਉਹਨੂੰ ਮਿਲਣ ਆਈ ਸੀ ਅਤੇ ਉਹਨੂੰ ਉਹਦੇ ਕੋਲੋਂ ਡਰ ਲੱਗਣ ਲੱਗ ਪਿਆ। ਹੌਲੇ ਉਹਦੇ ਜਾਣਾ ਘੱਟ ਕਰ ਦਿੱਤਾ। ਉਹ ਆਉਣ ਲਈ ਟੈਲੀਫੋਨ ਕਰਦੀ, ਉਹ ਅਕਸਰ ਕਿਸੇ ਨਾ ਕਿਸੇ ਬਹਾਨੇ ਟਾਲ ਜਾਂਦਾ ਅਤੇ ਫਿਰ ਜਿਵੇਂ ਉਹਦਾ ਖਹਿੜਾ ਛੱਡ ਦਿੱਤਾ। ਕਈ ਦਿਨ ਹੋ ਗਏ ਨਾ ਉਸ ਟੈਲੀਫੋਨ ਕੀਤਾ, ਨਾ ਉਹ ਆਪ ਮਿਲਣ ਆਈ। ਉਹ ਬੜਾ ਖੁਸ਼ ਸੀ। ਇੱਕ ਖਾਸ ਤਰ੍ਹਾਂ ਦਾ ਖੌਫ ਉਹਨੂੰ ਉਹਦੇ ਕੋਲੋਂ ਆਉਣ ਲੱਗ ਪਿਆ ਸੀ। ਕੁਝ ਦਿਨ 'ਤੇ ਉਹਨੂੰ ਉਹਦੀ ਚਿੱਠੀ ਆਈ, ਮੈਂ ਅੱਜ ਕੱਲ੍ਹ ਤੁਹਾਡਾ ਨਾਟਕ ਪੜ੍ਹ ਰਹੀ ਹਾਂ। ਇਹ ਨਾਟਕ ਪੜ੍ਹਦੀ ਮੈਨੂੰ ਇੱਕ ਨਸ਼ਾ ਜਿਹਾ ਚੜ੍ਹਦਾ ਜਾਂਦਾ ਹੈ। ਛੁਪ ਕੇ ਮੈਂ ਬੈਠਦੀ ਹਾਂ, ਛੁਪ ਕੇ ਅਤੇ ਇਸ ਨਾਟਕ ਨੂੰ ਆਪਣੀ ਚੁੰਨੀ ਦੇ ਪੱਲੇ ਨਾਲ ਕੱਜ ਕੇ। ਮੈਂ ਇਹਨੂੰ ਕਦੀ ਨਾਪਾਕ ਹੱਥ ਨਹੀਂ ਲਾਏ। ਇਸ ਨਾਟਕ ਨੇ ਮੈਨੂੰ ਮੁੜ ਕੇ ਜੀਵਨ ਦਾਨ ਦਿੱਤਾ ਹੈ। ਮੈਂ ਸੋਚਦੀ ਹਾਂ ਮੈਂ ਮਰ ਗਈ ਹਾਂ। ਇਸ ਨਾਟਕ ਨੇ ਮੈਨੂੰ ਮੁੜ ਸੁਰਜੀਤ ਕੀਤਾ ਹੈ। ਹੁਣ ਮੈਂ ਜਿੰਦਾ ਰਹਾਂਗੀ, ਜ਼ਿੰਦਗੀ ਨਾਲ ਜੂਝਾਂਗੀ। ਹਾਰੇ ਹੋਏ ਜੁਆਰੀ ਵਾਂਗ ਹੁਣ ਮੈਂ ਜ਼ਿੰਦਗੀ ਦੀ ਖੇਡ ਨੂੰ ਲਾਂਭੇ ਬੈਠ ਕੇ ਨਹੀਂ ਵੇਖਾਂਗੀ। ਪਛੜੀ ਹੋਈ ਸਵਾਰੀ ਵਾਂਗ ਕਾਰਵਾਂ ਦੀ ਧੂੜ ਨੂੰ ਵੇਖ ਹੁਣ ਮੈਂ ਆਪਣੇ ਦੀਦੇ ਨਹੀਂ ਕਲੂੰਜਾਂਗੀ। ਉਹ ਖੁਸ਼ ਸੀ। ਢੇਰ ਸਾਰੀਆਂ ਉਹਦੀਆਂ ਕਿਤਾਬਾਂ ਸਨ। ਜਿਸ ਅਕੀਦਤ ਨਾਲ ਉਸ ਉਹਨਾਂ ਨੂੰ ਪੜ੍ਹਨਾ ਸ਼ੁਰੂ ਕੀਤਾ ਸੀ, ਇੰਝ ਤਾਂ ਭਾਵੇਂ ਸਾਰੀ ਉਮਰ ਉਹ ਪੜ੍ਹਦੀ ਰਹੇ, ਉਸ ਤੋਂ ਖਤਮ ਨਹੀਂ ਹੋਣੀਆਂ ਸਨ। ਸੱਚਮੁੱਚ ਕਈ ਮਹੀਨੇ ਗੁਜ਼ਰ ਗਏ। ਉਹ ਉਸ ਨੂੰ ਮਿਲਣ ਨਹੀਂ ਆਈ। ਲੰਮੀਆਂ ਚਿੱਠੀਆਂ ਲਿਖਦੀ ਜਿਨ੍ਹਾਂ ਦਾ ਜਵਾਬ ਨਾ ਉਹ ਮੰਗਦੀ, ਨਾ ਕਦੀ ਉਸ ਦਿੱਤਾ। ਤੇ ਫਿਰ ਅਚਾਨਕ ਇੱਕ ਦਿਨ ਉਹਦੇ ਦਫ਼ਤਰ ਆਈ, ਕਣਕ ਵੰਨਾ ਰੰਗ, ਖਿੜਿਆ ਮੱਥਾ, ਹਸੂ ਕਰ ਰਹੀਆਂ ਅੱਖਾਂ, ਮਦ ਭਰੇ ਹੋਂਠ, ਗੱਲਾਂ ਦੇ ਇੱਕ ਪਾਸੇ ਤਿਲ, ਮਲੂਕੜੀ ਜਿਹੀ। ਉਹਦੇ ਸਾਹਮਣੇ ਆ ਕੇ ਬਹਿ ਗਈ। ਨਾ ਬੋਲੇ ਨਾ ਚਾਲੇ, ਬਸ ਬੈਠੀ ਰਹੀ। ਉਹ ਦਫ਼ਤਰ ਦਾ ਕੰਮ ਕਰਦਾ ਰਿਹਾ। ਉਹ ਕਦੀ ਅਖਬਾਰ ਵੇਖਣ ਲੱਗ ਪੈਂਦੀ, ਕਦੀ ਕੋਈ ਕਿਤਾਬ ਚੁੱਕ ਲੈਂਦੀ, ਕਦੀ ਇੱਕ ਟੱਕ ਖਿੜਕੀ ਤੋਂ ਬਾਹਰ ਹਰੇ ਲਾਉਣ ਵੱਲ ਵੇਖਦੀ ਜਾਂਦੀ। ਉਸ ਚਾਹ ਮੰਗਵਾਈ। ਕਿੰਨਾ ਚਿਰ ਘੁੱਟ ਚਾਹ ਪੀਂਦੀ ਰਹੀ। ਫਿਰ ਅਗਲੇ ਦਿਨ ਉਂਝ, ਉਸ ਤੋਂ ਅਗਲੇ ਦਿਨ, ਉਹ ਤੋਂ ਅਗਲੇ ਦਿਨ। ਉਸ ਦਿਨ ਲੌਡੇ ਵੇਲੇ ਆਈ। ਸ਼ਾਮੀ ਦਫ਼ਤਰ ਬੰਦ ਹੋਣ ਤੀਕ ਬੈਠੀ ਰਹੀ। ਦਫ਼ਤਰ ਬੰਦ ਹੋ ਗਿਆ, ਲੋਕੀ ਚਲੇ ਗਏ। ਉਹਦੇ ਕਮਰੇ 'ਚ ਬੈਠੀ ਸੀ। ਤਰਕਾਲਾਂ ਪੈਣ ਲੱਗੀਆਂ ਤੇ ਉਹ ਉੱਠੀ। ਉਸ ਕਿਹਾ, ਤੁਸੀਂ ਮੈਨੂੰ ਛੱਡ ਆਓ। ਮੋਟਰ 'ਚ ਬਿਠਾ ਕੇ ਉਹਨੂੰ ਹੋਸਟਲ ਪਹੁੰਚਾਉਣ ਲਈ ਤੁਰਨ ਲੱਗਾ। ਅੱਬੜਵਾਈ ਕਹਿਣ ਲੱਗੀ, ਮੋਟਰ ਮੈਂ ਚਲਾਵਾਂਗੀ। ਉਹਨੂੰ ਕੋਈ ਇਤਰਾਜ਼ ਨਹੀਂ ਸੀ। ਰਸਤੇ 'ਚ ਉਸ ਵੇਖਿਆ ਉਹ ਆਪਣੇ ਹੋਸਟਲ ਵੱਲ ਨਹੀਂ ਜਾ ਰਹੀ ਸੀ। ਉਹ ਤੇ ਸ਼ਹਿਰ ਤੋਂ ਬਾਹਰ ਨਿਕਲ ਆਈ ਸੀ। ਇੱਕੜ ਦੁੱਕੜ ਕੋਠੀਆਂ ਤੇ ਹੁਣ ਖੇਤ ਸਨ, ਹਰੀਆਂ ਭਰੀਆਂ ਸੁੱਤੀਆਂ ਪੈਲੀਆਂ। ਕਿੰਨੀ ਤੇਜ਼ ਮੋਟਰ ਚਲਾ ਰਹੀ ਸੀ, 40 ਮੀਲ, 50 ਮੀਲ, 60 ਮੀਲ ਦੀ ਰਫ਼ਤਾਰ। ਕੁਝ ਚਿਰ 'ਤੇ ਉਹ ਇੱਕ ਨਦੀ ਦੇ ਪੁਲ ਕੋਲ ਪੁੱਜ ਗਏ ਸਨ। ਮੋਟਰ ਨੂੰ ਇੱਕ ਪਾਸੇ ਰੋਕ, ਉਹਦਾ ਹੱਥ ਫੜ ਉਹਨੂੰ ਸੜਕ ਤੋਂ ਹੇਠ ਦਰਿਆ ਦੇ ਕੰਢੇ ਵੱਲ ਲੈ ਗਈ। ਸ਼ਾਂਤ ਅਡੋਲ ਨਦੀ ਵਹਿ ਰਹੀ ਸੀ। ਮੋਤੀਆਂ ਵਾਂਗ ਧੋਤੀ ਧਾਤੀ ਰੇਤ ਉੱਤੇ ਇੱਕ ਥਾਂ ਉਸ ਉਹਨੂੰ ਆਪਣੇ ਕੋਲ ਬਿਠਾ ਲਿਆ। ਚੁੱਪ ਮੂੰਹ ਕੁਝ ਨਹੀਂ ਬੋਲ ਰਹੀ ਸੀ। ਕਿੰਨਾ ਚਿਰ ਸਿਗਰਟ ਪੀਂਦੀ ਰਹੀ। ਇੱਕ ਤੋਂ ਬਾਅਦ ਇੱਕ। ਹਨੇਰਾ ਪੈਰੋਂ ਪੈਰ ਵੱਧ ਰਿਹਾ ਸੀ। ਫਿਰ ਉਹ ਗੁਣਗੁਣਾਉਣ ਲੱਗ ਪਈ, ਸ਼ਬਨਮ ਕਿਉਂ ਨੀਰ ਵਹਾਏ। ਮੁੜ ਇਹੀ ਗੀਤ ਦੇ ਬੋਲ ਆਪ ਮੁਹਾਰੀ ਗੁਣਗੁਣਾਉਂਦੀ ਰਹੀ। ਰਾਤ ਢੇਰ ਸਾਰੀ ਬੀਤ ਗਈ। ਆਕਾਸ਼ 'ਤੇ ਸ਼ਰਮਾਕਲ ਜਿਹਾ ਚੰਨ ਕਿਤੇ ਨਿਕਲ ਆਇਆ ਸੀ। ਇੱਕ ਨਜ਼ਰ ਉਸ ਚੰਨ ਨੂੰ ਵੇਖਿਆ ਜਿਵੇਂ ਕਿਸੇ ਨੂੰ ਨਸ਼ਾ ਚੜ੍ਹ ਗਿਆ ਹੋਵੇ ਤੇ ਉਹ ਚਮ ਕਰ ਰਹੀ ਬਾਲੂ ਦੀ ਰੇਤ 'ਤੇ ਲੇਟ ਗਈ, ਜਿਵੇਂ ਕੋਈ ਮਦਹੋਸ਼ ਹੁੰਦਾ ਹੈ। ਹਰ ਸਾਹ ਨਾਲ ਉਹਦੀ ਅੰਗੀ ਦੇ ਬੰਦ ਇੱਕ ਕਰਕੇ ਖੁੱਲ੍ਹ ਰਹੇ ਸਨ, ਜਿਵੇਂ ਤਾਜ ਮਹਿਲ ਥੱਕ ਕੇ ਚੁਫਾਲ ਪੈ ਜਾਏ। ਚੰਨ ਦੀਆਂ ਰਿਸ਼ਮਾਂ ਉਹਦੇ ਸੋਹ ਲੰਗਾਂ ਨਾਲ ਖੇਡ ਰਹੀਆਂ ਸਨ।
ਦੁੱਧ ਨਾਲ ਧੋਤੇ ਸੰਗਮਰਮਰ ਦੀ ਗੁੰਬਦ, ਦੁੱਧ ਨਾਲ ਧੋਤੀਆਂ ਸੰਗਮਰਮਰ ਦੀਆਂ ਮਿਹਰਾਬਾਂ, ਉਹਦੇ ਵੱਲ ਵਧਿਆ ਕਣਕ ਵੰਨਾ ਰੰਗ, ਖਿੜਿਆ ਮੱਥਾ, ਹਸੂ ਹਸੂ ਕਰ ਰਹੀਆਂ ਅੱਖੀਆਂ, ਮਦ ਭਰੇ ਹੋਂਠ, ਗੱਲਾਂ 'ਤੇ ਇੱਕ ਪਾਸੇ ਤਿਲ, ਮਲੂਕੜੀ ਜਿਹੀ, ਤੇ ਫਿਰ ਛਲ ਛਲ ਉਹਦੇ ਅੱਥਰੂ ਕਿਰਨ ਲੱਗ ਪਏ। ਰੋਈ ਜਾਏ। ਸਾਹਮਣੇ ਵੱਲ ਮਸਤ ਲੇਟੀ ਸੀ ਤੇ ਉਹ ਅੱਥਰੂਆਂ ਦੀ ਝਲਾਰ ਰੋ ਰਿਹਾ ਸੀ। ਅਗਲੀ ਸਵੇਰ ਸੌਂ ਕੇ ਉੱਠਿਆ। ਉਹ ਕੋਠੀ ਦੇ ਲੌਨ 'ਚ ਨੰਗੇ ਪੈਰ ਟਹਿਲ ਰਿਹਾ ਸੀ। ਡੈਡੀ, ਇਹ ਸ਼ਬਨਮ ਕਿਸੇ ਦੇ ਅੱਥਰੂ ਨੇ? ਉਹਦੀ ਬੱਚੀ ਨੇ ਉਹ ਤੋਂ ਪੁੱਛਿਆ। ਉਸ ਕੋਈ ਜਵਾਬ ਨਹੀਂ ਦਿੱਤਾ। ਮੇਰੀ ਸਹੇਲੀ ਕਹਿੰਦੀ ਏ ਰਾਤ ਭਰ ਕੋਈ ਰੋਂਦਾ ਰਹਿੰਦਾ, ਇਹ ਸ਼ਬਨਮ ਕਿਸੇ ਦੇ ਅੱਥਰੂ ਨੇ, ਬੱਚੀ ਬੋਲ ਰਹੀ ਸੀ, ਤੇ ਉਹਨੂੰ ਲੱਗਾ ਜਿਵੇਂ ਉਹ ਉਹਦੀਆਂ ਸੁੱਜੀਆਂ ਹੋਈਆਂ ਲਾਲ ਹੋ ਰਹੀਆਂ ਅੱਖਾਂ ਵੱਲ ਮੁੜ ਮੁੜ ਵੇਖ ਰਹੀ ਹੋਵੇ। ਧੰਨਵਾਦ।